ਅਕਾਲ, ਮੈਂ ਡਾਕਟਰ ਪੰਦੇਰ। ਇਸ ਵੀਡੀਓ ਦੇ ਵਿੱਚ ਅਸੀਂ ਸਮਝਾਂਗੇ ਕਿ ਸਪਾਇਰੋਮੀਟਰ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ। ਇਹ ਬੜੀ ਸਿੰਪਲ ਜੀ ਮਸ਼ੀਨ ਹੈ ਜਿਹਨੂੰ ਅਸੀਂ ਪੇਸ਼ੈਂਟ ਨੂੰ ਅਕਸਰ ਦਿੰਦੇ ਆ ਆਪਰੇਸ਼ਨ ਤੋਂ ਪਹਿਲਾਂ ਬਰੀਥਿੰਗ ਐਕਸਰਸਾਈਜ਼ਸ ਕਰਨ ਲਈ, ਜਿਹਦੇ ਨਾਲ ਸਾਡਾ ਰੈਸਪੀਰੇਟਰੀ ਰਿਜ਼ਰਵ ਇੰਪਰੂਵ ਹੋਵੇ। ਤੇ ਕਈ ਵਾਰੀ ਆਪਰੇਸ਼ਨ ਤੋਂ ਬਾਅਦ ਦੇ ਵਿੱਚ ਦੇਈਦੀ ਹੈ, ਜਦੋਂ ਸਰਜਰੀ ਤੋਂ ਬਾਅਦ ਸਾਨੂੰ ਲੱਗੇ ਕਿ ਵੀ ਬਰੀਥਿੰਗ ਐਕਸਰਸਾਈਜ਼ਸ ਜਾਂ ਬਰੀਥਿੰਗ ਸਟਰੈਂਥ ਇੰਨੀ ਨਹੀਂ ਹੈ, ਸੈਚੂਰੇਸ਼ਨ ਪ੍ਰੋਪਰਲੀ ਮੇਨਟੇਨ ਨਹੀਂ ਹੁੰਦੀ, ਜਦੋਂ ਪੇਸ਼ੈਂਟ ਸੌਂ ਜਾਂਦਾ ਹੈ ਜਾਂ ਥੋੜਾ ਲੇਜ਼ੀ ਹੋ ਜਾਂਦਾ ਹੈ, ਫਿਰ ਵੀ ਇਹਨੂੰ ਇਨਕਰੇਜ ਕਰੀਦਾ। ਬਟ ਜਦੋਂ ਵੀ ਯੂਜ਼ ਕਰਨਾ ਹੋਵੇ ਇਹਨੂੰ ਪਹਿਲਾਂ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹਨੂੰ ਵਰਤਣਾ ਕਿਵੇਂ ਹੈ। ਇਹਦੇ ਵਿੱਚ 3 ਬੋਲਸ ਹੁੰਦੀਆਂ ਨੇ, ਇੱਕ ਪਾਈਪ ਲੱਗੀ ਹੁੰਦੀ ਹੈ। ਇਹ ਜਿਹੜੀ ਪਾਈਪ ਹੈ ਇਹਨੂੰ ਆਪਾਂ ਮੂੰਹ ਦੇ ਵਿੱਚ ਫੜ ਕੇ ਸਾਰੇ ਪਾਸਿਓਂ ਬੁੱਲਾਂ ਦੇ ਨਾਲ ਇਦਾਂ ਲੌਕ ਕਰਨਾ ਹੈ ਕਿ ਆਲੇ ਦੁਆਲੇ ਹਵਾ ਲੀਕ ਨਾ ਹੋਵੇ। ਇੱਕ ਪਾਸੇ ਨੂੰ ਜੇ ਅਸੀਂ ਇਹਦੇ ਵਿੱਚ ਫੂਕ ਮਾਰਾਂਗੇ ਤਾਂ ਬੋਲਾਂ ਉੱਡਣਗੀਆਂ, ਜੇ ਇਹਨੂੰ ਉਲਟਾ ਕਰਕੇ ਫੜਾਂਗੇ ਤਾਂ ਜਦੋਂ ਅਸੀਂ ਸਾਹ ਅੰਦਰ ਖਿੱਚ ਰਹੇ ਹਾਂ ਉਦੋਂ ਬੋਲਾਂ ਉੱਡਣਗੀਆਂ। ਇਹਨੂੰ ਯਾਦ ਕਰਨ ਦੀ ਲੋੜ ਨਹੀਂ, ਤੁਸੀਂ ਆਪ ਟਰਾਈ ਕਰੋ। ਹੁਣ ਜਿਵੇਂ ਉਲਟਾ ਹੈਗਾ, ਪਹਿਲਾਂ ਆਪਾਂ ਦੇਖਣਾ ਵੀ ਇਹਦੇ 'ਚ ਫੂਕ ਮਾਰਿਆ ਬੋਲਾਂ ਉੱਡ ਰਹੀਆਂ ਨੇ। ਸੋ ਜੇ ਇਦਾਂ ਫੜਿਆ ਹੋਇਆ ਵੀ ਆ ਬੇਸ ਉੱਪਰ ਹੈਗਾ ਤਾਂ ਫੂਕ ਮਾਰਿਆ ਬੋਲਾਂ ਉੱਡ ਰਹੀਆਂ ਨੇ, ਜੇ ਬੇਸ ਥੱਲੇ ਹੈਗਾ ਤਾਂ ਸਾਹ ਅੰਦਰ ਨੂੰ ਖਿੱਚਿਆ ਇਦਾਂ ਬੋਲਾਂ ਉੱਡ ਰਹੀਆਂ ਨੇ। ਸੋ ਪਹਿਲੀ ਚੀਜ਼ ਅਸੀਂ ਇਹ ਸਮਝਣੀ ਹੈ ਕਿ ਸਾਹ ਅੰਦਰ ਨੂੰ ਖਿੱਚਿਆ ਕਦੋਂ ਬੋਲਸ ਉੱਡ ਰਹੀਆਂ ਨੇ ਤੇ ਸਾਹ ਬਾਹਰ ਨੂੰ ਕੱਢਣ ਲੱਗਿਆ ਕਦੋਂ ਬੋਲਸ ਉੱਡਦੀਆਂ ਨੇ। ਸੋ ਪਹਿਲਾਂ ਆਪਾਂ 10 ਜਿਹੜੀਆਂ ਰੈਪੀਟੀਸ਼ਨਸ ਨੇ ਸਾਹ ਅੰਦਰ ਨੂੰ ਖਿੱਚਣ ਦੀਆਂ ਕਰਾਂਗੇ। ਸੋ ਅੰਦਰ ਨੂੰ ਖਿੱਚਣ ਲਈ ਸਾਨੂੰ ਪਤਾ ਕਿ ਬੋਲਸ ਇਦਾਂ ਉੱਡਦੀਆਂ ਨੇ। ਇਹਦੇ ਵਿੱਚ 3 ਬੋਲਸ ਹੁੰਦੀਆਂ ਨੇ, ਤਿੰਨੋਂ ਅਲੱਗ-ਅਲੱਗ ਕਲਰ ਦੀਆਂ ਹੁੰਦੀਆਂ ਨੇ। ਇੱਥੇ ਬਾਈ ਚਾਂਸ ਵਿਚਕਾਰਲੀ ਬੋਲ ਸਾਨੂੰ ਗ੍ਰੀਨ ਰੰਗ ਦੀ ਲੈਣੀ ਪਈ ਆ, ਕਿਉਂਕਿ ਜਿਹੜੀ ਉਹ ਬੋਲ ਸੀ ਉਹ ਠੀਕ ਤਰ੍ਹਾਂ ਨਾਲ ਵਰਕ ਨਹੀਂ ਸੀ ਕਰ ਰਹੀ। ਸੋ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਸਾਰੀਆਂ ਬੋਲਸ ਉੱਡਦੀਆਂ ਹੋਣ। ਆਪਾਂ ਸਿੱਧਾ ਹੀ ਪੇਸ਼ੈਂਟ ਨੂੰ ਫੜਾ ਦਈਏ, ਉਹ ਜ਼ੋਰ ਲਾਈ ਚੱਲੇ, ਪਹਿਲੀ ਬੋਲ ਉੱਡੇ, ਦੂਜੀਆਂ ਬੋਲਸ ਦੇ ਵਿੱਚ ਹੀ ਕੋਈ ਡਿਫੈਕਟ ਹੋਵੇ, ਕਿਉਂਕਿ ਮਾੜਾ ਮੋਟਾ ਮੈਨੂਫੈਕਚਰਿੰਗ ਡਿਫੈਕਟ ਹੋ ਸਕਦਾ ਹੈ ਕਿ ਉਹ ਬੋਲ ਉੱਡਦੀ ਨਾ ਹੋਵੇ ਤੇ ਪੇਸ਼ੈਂਟ ਐਵੇਂ ਡਿਸਕਰੇਜ ਹੋ ਜਾਏਗਾ ਵੀ ਮੈਥੋਂ ਤਾਂ ਉਡਾਈ ਨਹੀਂ ਜਾਂਦੀ। ਠੀਕ ਹੈ, ਸੋ ਕਰਨਾ ਕੀ ਹੈ, ਇਹਨੂੰ ਇਦਾਂ ਸਿੱਧਾ ਆਪਣੇ ਮੂੰਹ ਦੇ ਲੈਵਲ ਤੇ ਫੜਨਾ ਹੈ। ਆ ਜਿਹੜਾ ਮਾਊਥ ਪੀਸ ਹੈ ਇਹਨੂੰ ਮੂੰਹ ਦੇ ਵਿੱਚ ਪਾ ਕੇ ਸਾਰੇ ਪਾਸਿਓਂ ਬੁੱਲਾਂ ਨਾਲ ਇਹਨੂੰ ਟਾਈਟ ਬੰਦ ਕਰ ਦੇਣਾ ਇਦਾਂ। ਮਤਲਬ ਆਲੇ ਦੁਆਲੇ ਹਵਾ ਨਹੀਂ, ਦੰਦਾਂ ਨਾਲ ਨਹੀਂ ਘੁੱਟਣਾ, ਇਹਨੂੰ ਬੁੱਲਾਂ ਨਾਲ ਫੜਨਾ ਹੈ ਤੇ ਫਿਰ ਇਹਦੇ ਵਿੱਚੋਂ ਜ਼ੋਰ ਦੀ ਸਾਹ ਅੰਦਰ ਨੂੰ ਖਿੱਚਣਾ ਹੈ। ਜਦੋਂ ਅਸੀਂ ਸਾਹ ਖਿੱਚ ਰਹੇ ਹਾਂ, ਸਾਡੇ ਇੱਥੇ ਲਿਖਿਆ ਹੈਗਾ 600 ਸੀਸੀ, 900 ਸੀਸੀ, 1200 ਸੀਸੀ। ਸੋ ਸ਼ੁਰੂ 'ਚ ਜਦੋਂ ਸਾਡੇ 'ਚ ਰਿਜ਼ਰਵ ਘੱਟ ਹੋਏਗਾ, ਅਸੀਂ ਇੱਕ ਬੋਲ ਅੜਾ ਪਾਵਾਂਗੇ, ਦੂਜੀ ਨਹੀਂ ਉੱਡੇਗੀ। ਠੀਕ ਹੈ, ਬਟ ਜਿਵੇਂ ਜਿਵੇਂ ਸਾਡੀ ਬਰੀਥਿੰਗ ਐਕਸਰਸਾਈਜ਼ ਹੁੰਦੀ ਜਾਏਗੀ, ਸਾਡੇ ਬਰੀਥਿੰਗ ਮਸਲ ਸਟਰੋਂਗ ਹੁੰਦੇ ਜਾਣਗੇ, ਅਸੀਂ ਹੌਲੀ ਹੌਲੀ ਜਦੋਂ ਸਾਹ ਜ਼ੋਰ ਦੀ ਅੰਦਰ ਨੂੰ ਖਿੱਚਾਂਗੇ ਇਹ ਤਿੰਨੋਂ ਬੋਲਸ ਉੱਡਣਗੀਆਂ। ਸੋ ਟਾਰਗੇਟ ਇਹੀ ਹੈਗਾ ਕਿ ਜੇ ਸਾਡੇ ਤੋਂ 1 ਜਾਂ 2 ਬੋਲਸ ਉੱਡ ਰਹੀਆਂ ਨੇ, ਅਸੀਂ ਇਹਦੀ ਪ੍ਰੈਕਟਿਸ ਕਰੀਏ ਤੇ ਸਾਨੂੰ ਹੋਵੇ ਕਿ ਅਸੀਂ ਤਿੰਨੋਂ ਬੋਲਸ ਨੂੰ ਉੱਪਰ ਨੂੰ ਉਡਾ ਪਾ ਰਹੇ ਹਾਂ ਜਦੋਂ ਅਸੀਂ ਸਾਹ ਅੰਦਰ ਨੂੰ ਖਿੱਚਦੇ ਹਾਂ। ਸੋ ਫਿਰ ਉਹੀ ਗੱਲ, ਜੇ ਬਰੀਥਿੰਗ ਰਿਜ਼ਰਵ ਘੱਟ ਹੋਏਗਾ ਤੇ ਇਦਾਂ ਦੀ ਫੀਲਿੰਗ ਆਏਗੀ ਕਿ ਇੱਕ ਬੋਲ ਉੱਡ ਰਹੀ ਹੈ, ਦੂਜੀ ਥੋੜਾ ਥੋੜਾ ਹਿੱਲ ਰਹੀ ਹੈ ਪਰ ਚੰਗੀ ਤਰ੍ਹਾਂ ਨਹੀਂ ਉੱਡ ਰਹੀ। ਜਿਵੇਂ ਜਿਵੇਂ ਸਾਡੀ ਬਰੀਥਿੰਗ ਐਕਸਰਸਾਈਜ਼ ਬੈਟਰ ਹੋ ਜਾਏਗੀ, ਇਹ ਸਾਰੀਆਂ ਬੋਲਸ ਉੱਡਣ ਲੱਗਣਗੀਆਂ। ਹੁਣ ਬਰੀਥਿੰਗ ਐਕਸਰਸਾਈਜ਼ ਕਰਨੀ ਕਿਵੇਂ ਆ? ਇਦਾਂ ਨਹੀਂ ਕਰਨਾ ਕਿ ਇਹਦੇ ਨਾਲ ਲਗਾਤਾਰ ਜ਼ੋਰ ਜ਼ੋਰ ਦੀ ਸਾਹ ਖਿੱਚੀ ਚੱਲੋ। ਇੱਕ ਸਾਹ ਇਹਦੇ ਚੋਂ ਖਿੱਚਣਾ, ਇੱਕ ਸਾਹ ਨਾਰਮਲ ਲੈਣਾ। ਇੱਕ ਸਾਹ ਇਦਾਂ ਉਡਾਤੀਆਂ, ਫਿਰ ਇਹ ਤੋਂ ਬਾਅਦ ਇੱਕ ਵਾਰੀ ਰਿਲੈਕਸ ਕਰੋ, ਮਾਊਥ ਪੀਸ ਮੂੰਹ ਚੋਂ ਕੱਢ ਦਿਓ, ਆਰਾਮ ਨਾਲ ਇੱਕ ਨਾਰਮਲ ਸਾਹ ਲਓ। ਫਿਰ ਅਗਲੀ ਵਾਰੀ ਇੱਕ ਸਾਹ ਇਹਦੇ ਚੋਂ ਲਓ, ਫਿਰ ਇੱਕ ਸਾਹ ਨਾਰਮਲ ਲਓ। ਇਦਾਂ ਕਰਨਾ ਕਿਉਂ ਜ਼ਰੂਰੀ ਹੈ ਕਿ ਸਾਡੇ ਰੈਸਪੀਰੇਟਰੀ ਮਸਲ ਥੱਕਣ ਨਾ। ਜੇ ਅਸੀਂ ਲਗਾਤਾਰ ਇਹਦੇ ਚੋਂ ਇਦਾਂ ਸਾਹ ਲੈਂਦੇ ਰਵਾਂਗੇ ਤਾਂ ਬੋਲ ਜ਼ਰੂਰ ਉੱਡਣਗੀਆਂ, ਬਟ ਅਸੀਂ 4-5 ਸਾਹ ਲੈ ਕੇ ਰਾਦਰ ਜ਼ਿਆਦਾ ਥੱਕ ਜਾਵਾਂਗੇ। ਅਸੀਂ ਥੱਕਣਾ ਨਹੀਂ ਹੈ, ਅਸੀਂ ਸਾਹ ਨੂੰ ਖਿੱਚਣ ਦੀ ਕੈਪੈਸਿਟੀ ਵਧਾਉਣੀ ਹੈ। ਸਾਹ ਨੂੰ ਖਿੱਚਣ ਦੀ ਕੈਪੈਸਿਟੀ ਵਧਾਉਣ ਲਈ ਇੱਕ ਸਾਹ ਨਾਰਮਲ ਲੈਣਾ, ਇੱਕ ਸਾਹ ਇਹਦੇ ਚੋਂ ਲੈਣਾ, ਇੱਕ ਸਾਹ ਇਹ ਤੋਂ ਬਿਨਾਂ ਲੈਣਾ, ਇੱਕ ਸਾਹ ਇਹਦੇ ਵਿੱਚ ਛੱਡ ਦਿਓ। ਹੁਣ ਆਰਾਮ ਨਾਲ ਸਾਹ ਲਓ। ਠੀਕ ਹੈ, ਇੱਕ ਮਤਲਬ ਦੇਖ ਕੇ 2-4 ਸੈਕਿੰਡ ਇਹਨੂੰ ਛੱਡ ਦੇਣਾ, ਫਿਰ ਖਿੱਚਣਾ। ਜਦੋਂ ਖਿੱਚਣਾ ਪੂਰਾ ਜ਼ੋਰ ਲਾ ਦੇਣਾ ਵੀ ਦੂਜੀ ਵੀ ਉੱਡੇ, ਜ਼ੋਰ ਦੀ। ਹਾਂ ਇਦਾਂ, ਫਿਰ ਛੱਡ ਦਿਓ, ਫਿਰ ਆਰਾਮ ਨਾਲ ਸਾਹ ਲਓ। ਠੀਕ ਹੈ, ਜੇ ਆਪਾਂ ਲਗਾਤਾਰ ਇਹ 'ਚ ਜ਼ੋਰ ਲਾਈ ਚੱਲਾਂਗੇ ਨਾ ਥੱਕ ਜਾਵਾਂਗੇ, ਫਿਰ ਇਹ ਵੀ ਨਹੀਂ ਹਿੱਲੇਗੀ। ਫਿਰ ਖਿੱਚੋ, ਹੁਣ ਜ਼ੋਰ ਦੀ ਖਿੱਚੋ। ਹਾਂ ਇਦਾਂ, ਦੂਜੀ ਵਾਰੀ ਫਿਰ ਹਾਂ, ਫਿਰ ਛੱਡ ਦਿਓ। ਹਾਂ, ਫਿਰ ਛੱਡ ਦਿਓ, ਫਿਰ ਆਰਾਮ ਨਾਲ 2 ਸਾਹ ਆਰਾਮ ਨਾਲ ਲੈਣੇ ਆ। ਠੀਕ ਹੈ, ਮਤਲਬ ਵਿੱਚ ਦੀ ਰੈਸਟ ਵੀ ਮਿਲਣੀ ਚਾਹੀਦੀ ਹੈ, ਜਿਹੜਾ ਫੇਫੜੇ ਵਾਲੇ ਮਸਲ ਹੈ ਨਾ। ਹਾਂ, ਹੁਣ ਫਿਰ ਖਿੱਚੋ, ਸ਼ਾਬਾਸ਼, ਜ਼ੋਰ ਦੀ। ਹਾਂ, ਪੂਰਾ ਜ਼ੋਰ। ਹਾਂ, ਦੂਜੀ ਹਿੱਲਣ ਲੱਗ ਗਈ ਨਾ ਥੋੜੀ ਥੋੜੀ, ਫਿਰ ਜ਼ੋਰ ਲਾ ਕੇ ਖਿੱਚੋ। ਹਾਂ ਇਦਾਂ 2-3 ਵਾਰੀ ਜ਼ੋਰ ਲਾ ਲੈਣਾ, ਫਿਰ ਛੱਡ ਦੇਣਾ। ਠੀਕ ਹੈ, ਇਦਾਂ ਹੀ। ਹੁਣ ਇਸੇ ਤਰ੍ਹਾਂ ਜਦੋਂ ਇਹਨੂੰ ਉਲਟਾ ਕਰਕੇ ਫੜਨਾ ਹੈ, ਉਦੋਂ ਸਾਨੂੰ ਪਤਾ ਹੈ ਕਿ ਜੇ ਅਸੀਂ ਇਹਦੇ 'ਚ ਫੂਕ ਮਾਰਾਂਗੇ ਤਾਂ ਬੋਲ ਉੱਡਣਗੀਆਂ। ਸੋ ਦੇਖ ਲੈਣਾ ਕਿ ਜਦੋਂ ਫੂਕ ਮਾਰਦੇ ਆ, ਪਹਿਲਾਂ ਇੱਕ ਸਾਈਡ ਤੋਂ ਪਹਿਲੀ ਬੋਲ ਉੱਡਦੀ ਹੈ, ਫਿਰ ਦੂਜੀ ਉੱਡਦੀ, ਫਿਰ ਤੀਜੀ ਉੱਡਦੀ। ਜੇ ਤੁਹਾਨੂੰ ਲੱਗੇ ਕਿ ਵੀ ਮੇਰੇ ਤੋਂ ਇੰਨੀ ਜ਼ੋਰ ਦੀ ਫੂਕ ਨਹੀਂ ਮਾਰੀ ਜਾਂਦੀ, ਪਹਿਲਾਂ ਕਿਸੇ ਹੋਰ ਨੂੰ ਕਹੋ ਵੀ ਇੱਕ ਵਾਰੀ ਟੈਸਟ ਕਰਕੇ ਦੇਖ ਕਿ ਤਿੰਨੇ ਬੋਲਸ ਕਿਸ ਸੀਕੁਐਂਸ ਉੱਡਦੀਆਂ ਨੇ। ਫਿਰ ਆਪਾਂ ਇਹਦੀ ਇਦਾਂ ਹੀ ਪ੍ਰੈਕਟਿਸ ਕਰਨੀ ਹੈ। ਤਿੰਨੋਂ ਬੋਲਸ ਨੂੰ ਉਡਾਣਾ, ਉਡਾ ਕੇ ਕੁਝ ਲੈਵਲ ਤੱਕ ਹੋਲਡ ਕਰਨਾ ਹੈ, ਫਿਰ ਛੱਡ ਦੇਣਾ। ਤੇ ਕਰਨੀ ਉਹੀ ਸੀਕੁਐਂਸ ਹੈਗੀ ਆ ਕਿ ਇੱਕ ਫੂਕ ਇਹਦੇ ਵਿੱਚ ਜ਼ੋਰ ਦੀ ਮਾਰਨੀ ਹੈ, ਇੱਕ ਸਾਹ ਆਰਾਮ ਨਾਲ ਨਾਰਮਲ ਲੈਣਾ, ਤਾਂ ਜੋ ਆਪਣੇ ਸਾਹ ਵਾਲੇ ਮਸਲਸ ਨੇ ਉਹਨਾਂ ਨੂੰ ਥੋੜਾ ਰਾਹਤ ਵੀ ਮਿਲੇ, ਉਹਨਾਂ ਨੂੰ ਰਿਲੈਕਸੇਸ਼ਨ ਮਿਲੇ। ਫਿਰ ਦੁਬਾਰਾ ਤੋਂ
ਤਿੰਨੋਂ ਬੋਲਾਂ ਉਡਾਓ, ਫਿਰ ਨਾਰਮਲ ਸਾਹ ਲਓ। ਸੋ ਜਦੋਂ ਸ਼ੁਰੂ ਕਰੋਗੇ ਤੁਹਾਡੇ ਤੋਂ ਇੱਕ ਬੋਲ ਉੱਡੇਗੀ ਜਾਂ ਦੋ ਉੱਡਣਗੀਆਂ। ਇਸ ਐਕਸਰਸਾਈਜ਼ ਦਾ ਪਰਪਸ ਇਹ ਹੈਗਾ ਕਿ ਆਪਾਂ ਹੌਲੀ ਹੌਲੀ ਜ਼ੋਰ ਲਗਾ ਕੇ ਇਹਨੂੰ ਇਸ ਲੈਵਲ ਤੱਕ ਲੈ ਕੇ ਜਾਣਾ ਕਿ ਆਪਣੀਆਂ ਤਿੰਨੋਂ ਬਾਲਸ ਉੱਡਣ ਲੱਗ ਜਾਣ। ਇਦਾਂ ਹੀ ਜਦੋਂ ਫੂਕ ਮਾਰਨੀ ਹੈ ਇਹਨੂੰ ਉਲਟਾ ਕਰਕੇ, ਇਹਨੂੰ ਇਦਾਂ ਨਾ ਉਲਟਾ ਕਰਕੇ, ਤੇ ਹੁਣ ਇਹਦੇ ਵਿੱਚ ਜ਼ੋਰ ਦੀ ਫੂਕ ਮਾਰਨੀ ਜਿਵੇਂ ਭੂਕਣੇ 'ਚ ਮਾਰੀ ਦੀ ਹੈ, ਜ਼ੋਰ ਦੀ ਵਿੱਚ ਨੂੰ ਫੂਕ ਮਾਰੋ। ਹਾਂ, ਫਿਰ ਜ਼ੋਰ ਦੀ, ਹਾਂ, ਛੱਡ ਦਿਓ, ਦੋ ਸਾਹ ਆਰਾਮ ਨਾਲ ਲੈ ਲਓ, ਫਿਰ ਪਾਓ ਇਹਨੂੰ ਮੂੰਹ 'ਚ, ਫਿਰ ਜ਼ੋਰ ਦੀ ਮਾਰੋ, ਹਾਂ, ਜ਼ੋਰ ਦੀ, ਹਾਂ, ਏਦਾਂ ਛੱਡ ਦਿਓ। ਠੀਕ ਹੈ। ਜਿਵੇਂ ਜਿਵੇਂ ਬਰੀਥਿੰਗ ਐਕਸਰਸਾਈਜ਼ ਕਰੋਗੇ ਮਸਲ ਸਟਰੋਂਗ ਹੋਣਗੇ, ਬਰੀਥਿੰਗ ਇੰਪਰੂਵ ਹੋਏਗੀ। ਕੋਸ਼ਿਸ਼ ਕਰੋ ਇਹ ਐਕਸਰਸਾਈਜ਼ ਨੂੰ ਦਿਨ ਦੇ ਵਿੱਚ ਘੰਟੇ ਬਾਅਦ ਜਾਂ ਅੱਧੇ ਘੰਟੇ ਬਾਅਦ 8-10 ਵਾਰੀ ਕਰੋ। ਥੋੜੀ ਦੇਰ ਸਾਹ ਲੈ ਲਓ, ਫਿਰ ਬਰੀਥਿੰਗ ਐਕਸਰਸਾਈਜ਼ ਕਰੋ। ਸਿੱਧੇ ਬੈਠ ਕੇ ਕਰੋ, ਲੰਬਾ ਸਾਹ ਖਿੱਚ ਕੇ ਜ਼ੋਰ ਦੀ ਫੂਕ ਮਾਰਨ ਦੀ ਕੋਸ਼ਿਸ਼ ਕਰੋ। ਇਸੇ ਤਰ੍ਹਾਂ ਜਦੋਂ ਅੰਦਰ ਨੂੰ ਖਿੱਚਣਾ ਤੇ ਲੰਬਾ ਸਾਹ ਅੰਦਰ ਨੂੰ ਖਿੱਚੋ। ਓਵਰਆਲ ਸਾਡਾ ਮਕਸਦ ਹੈਗਾ ਕਿ ਅਸੀਂ ਲੰਗ ਦੀ ਕੈਪੈਸਿਟੀ ਵਧਾਉਣੀ ਹੈ, ਸਾਡੇ ਬਰੀਥਿੰਗ ਮਸਲਸ ਦੀ ਸਟਰੈਂਥ ਵਧਾਉਣੀ ਹੈ, ਤਾਂ ਜੋ ਸਾਡੇ ਲੰਗ ਦੀ ਵੈਂਟੀਲੇਸ਼ਨ ਪ੍ਰੋਪਰ ਹੋਵੇ, ਜਿਹਦੇ ਨਾਲ ਸਾਨੂੰ ਸਰਜਰੀ ਦੇ ਦੌਰਾਨ ਤੇ ਸਰਜਰੀ ਤੋਂ ਬਾਅਦ ਜਿਹੜੀ ਰਿਕਵਰੀ ਹੈ ਉਹ ਜ਼ਿਆਦਾ ਵਧੀਆ ਹੋਵੇ, ਜਲਦੀ ਹੋਵੇ। ਸਾਡੀ ਜਿਹੜੀ ਆਕਸੀਜਨ ਲੈਵਲਸ ਨੇ ਉਹ ਵਧੀਆ ਮੇਨਟੇਨ ਰਹਿਣ, ਕਿਉਂਕਿ ਅਸੀਂ ਦੇਖਦੇ ਹਾਂ ਕੁਝ ਪਰਸੈਂਟੇਜ ਆਫ ਪੇਸ਼ੈਂਟ ਜਿਨ੍ਹਾਂ ਦੀ ਐਗਜ਼ਰਸ਼ਨ ਲੈਵਲ ਬਹੁਤ ਘੱਟ ਹੁੰਦਾ ਕਿ ਗੋਡੇ ਚੂਲੇ ਇੰਨੇ ਖਰਾਬ ਹੁੰਦੇ ਨੇ ਕਿ ਉਹ ਚੱਲ ਫਿਰ ਹੀ ਨਹੀਂ ਪਾ ਰਹੇ ਹੁੰਦੇ। ਉਹਨਾਂ ਦੇ ਲੰਗ ਕੈਪੈਸਿਟੀ ਵੀ ਕੰਪਰੋਮਾਈਜ਼ ਹੋਈ ਹੁੰਦੀ ਹੈ, ਜਿਹਦੇ ਨਾਲ ਓਵਰਆਲ ਰਿਕਵਰੀ ਦੇ ਵਿੱਚ ਫਰਕ ਪੈਂਦਾ ਹੈ। ਬਾਅਦ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਪੋਸਟ op ਪੇਸ਼ੈਂਟਸ ਨੂੰ ਆਕਸੀਜਨ ਦੀ ਲੋੜ ਜ਼ਿਆਦਾ ਪੈਂਦੀ ਹੈ। ਬਟ ਜੇ ਆਪਾਂ ਇਹ ਐਕਸਰਸਾਈਜ਼ ਕਰਾਂਗੇ, ਆਪਰੇਸ਼ਨ ਤੋਂ ਪਹਿਲਾਂ ਵੀ 5-7 ਦਿਨ ਕਰਾਂਗੇ ਤੇ ਆਪਰੇਸ਼ਨ ਤੋਂ ਬਾਅਦ ਵੀ ਕਰਦੇ ਰਹਾਂਗੇ, ਸਾਨੂੰ ਆਕਸੀਜਨ ਦੀ ਲੋੜ ਨਹੀਂ ਪਏਗੀ, ਸਾਡੇ ਲੰਗਸ ਦਾ ਫੰਕਸ਼ਨ ਇੰਪਰੂਵ ਹੋਏਗਾ ਤੇ ਓਵਰਆਲ ਸਾਡੀ ਰਿਕਵਰੀ ਜਿਹੜੀ ਜੁਆਇੰਟ ਰਿਪਲੇਸਮੈਂਟ ਸਰਜਰੀ ਤੋਂ ਹੈ, ਚਾਹੇ ਅਸੀਂ ਗੋਡਾ ਰਿਪਲੇਸ ਕਰਾ ਰਹੇ ਚਾਹੇ ਚੂਲਾ ਰਿਪਲੇਸ ਕਰਾ ਰਹੇ, ਓਵਰਆਲ ਰਿਕਵਰੀ ਸਾਡੀ ਵਧੀਆ ਹੋਏਗੀ। ਧੰਨਵਾਦ। ਇਹ 10 ਵਾਰੀ ਐਂ ਫੜ ਕੇ ਫੂਕ ਮਾਰਨੀ ਹੈ, 10 ਵਾਰੀ ਐਂ ਫੜ ਕੇ ਜ਼ੋਰ ਦੀ ਸਾਹ ਖਿੱਚਣਾ। ਹੁਣ ਫਿਰ ਖਿੱਚੋ, ਜ਼ੋਰ ਦੀ ਅੰਦਰ ਨੂੰ ਖਿੱਚਣਾ, ਹਾਂ, ਜ਼ੋਰ ਦੀ, ਹਾਂ, ਏਦਾਂ। ਠੀਕ ਹੈ। ਬਟ ਇਹ ਕਰਨਾ ਇਦਾਂ ਹੀ ਹੈ ਵੀ ਜੇ ਲਗਾਤਾਰ ਤੀਜੀ ਵਾਰੀ ਲਾਇਆ ਵੀ ਨਹੀਂ ਨਾ ਹਿੱਲੀ, ਸੋ ਲਗਾਤਾਰ ਨਹੀਂ ਲਾਉਣਾ। 1-2 ਵਾਰੀ ਇਹ ਚਲਾ ਲੈਣਾ, 2 ਫਿਰ ਵਿੱਚ ਦੀ ਸਾਹ ਲੈ ਲਓ। ਮਤਲਬ ਇਹ ਐਂ ਨਹੀਂ ਹੈ ਕਿ ਆਪਾਂ 5 ਮਿੰਟਾਂ 'ਚ ਇੱਕੋ ਵਾਰੀ ਇਹਨੂੰ ਖਤਮ ਕਰ ਦੇਣਾ। ਇਹਨੂੰ 15-20 ਮਿੰਟ ਲਾਓ, ਹੌਲੀ ਥੋੜਾ ਜਿਹਾ ਜ਼ੋਰ ਲਾਓ, ਫਿਰ ਕਰ ਲਓ, ਫਿਰ ਜ਼ੋਰ ਲਾਓ, ਫਿਰ ਇੱਕ ਵਿੱਚ ਦੀ ਬ੍ਰੇਕ ਲੈ ਲਓ। ਤੁਹਾਡੀ ਸੈਚੂਰੇਸ਼ਨ ਸਵੇਰੇ 88 ਆ ਰਹੀ ਸੀ, ਹੁਣ 95 ਹੋ ਗਈ ਹੈ। ਠੀਕ ਹੈ। ਹਾਂ, ਇਹ ਜੋ ਇੱਦਾਂ ਖਿੱਚਣਾ ਤੁਹਾਨੂੰ, ਹਾਂ, ਸ਼ਾਬਾਸ਼, ਬਸ ਛੱਡ ਦਿਓ, ਫਿਰ ਕੱਟ ਦਿਓ। ਠੀਕ ਹੈ। ਇੱਦਾਂ ਵਿੱਚ ਦੀ ਕੱਟ ਕੇ ਥੋੜਾ ਜਿਹਾ ਰੈਸਟ ਕਰ ਲੈਣਾ, ਫਿਰ 2 ਦਿਨ ਸਾਹ ਲੈ ਲੈਣੇ, ਫਿਰ ਰੈਸਟ ਕਰ ਲੈਣਾ। ਠੀਕ ਹੈ।